ਸ਼ੇਕਸਪੀਅਰ ਦੀ ਕਹਾਣੀ ਕਿੰਗ ਹੈਨਰੀ ਦ 8 ਦਾ ਦੂਸਰਾ ਭਾਗ। ਉਸ ਘਟਨਾ ਦਾ ਵੇਰਵਾ ਦਿੰਦਿਆਂ ਰਾਜੇ ਨੇ ਦੱਸਿਆ ਕਿ ਇੱਕ ਵਾਰ ਫ੍ਰੈਂਚ ਰਾਜਦੂਤ ਬਿਸ਼ਪ ਬੇਅਨ ਮੇਰੀ ਬੇਟੀ ਤੇ ਡਿਊਕ ਆਫ ਆਰੇਲੀਅਸ ਦੇ ਵਿਆਹ ਦਾ ਪ੍ਰਸਤਾਵ ਲੈ ਕੇ ਆਇਆ ਸੀ। ਵਿਆਹ ਦੀ ਗੱਲਬਾਤ ਤੇ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਉਸ ਪਾਦਰੀ ਨੇ ਕੁਝ ਮੁਹਲਤ ਮੰਗੀ ਤਾਂ ਕਿ ਉਹ ਆਪਣੇ ਰਾਜੇ ਤੋਂ ਸਮਝ ਲਵੇ ਕਿ ਬੇਟੀ ਮੇਰੀ ਜਾਇਜ਼ ਔਲਾਦ ਹੈ ਜਾਂ ਨਹੀਂ। ਮੈਂ ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਕੀਤਾ ਸੀ ਤੇ ਇਹ ਕੁੜੀ ਉਸੇ ਤੋਂ ਪੈਦਾ ਹੋਈ। ਇਸ ਟਾਲ ਮਟੋਲ ਨਾਲ ਮੇਰਾ ਧੁਰ ਅੰਦਰ ਹਲੂਣਿਆ ਗਿਆ। ਚਿੰਤਾ ਦੀ ਇਸੇ ਹਾਲਤ ਵਿੱਚ ਮੈਂ ਸੋਚਣ ਲੱਗਿਆ ਕਿ ਪ੍ਰਭੂ ਵੀ ਮੇਰੇ ਇਸ ਕੰਮ ਤੋਂ ਪ੍ਰਸੰਨ ਨਹੀਂ ਹੈ, ਕਿਉਂਕਿ ਮੇਰੀ ਇਸ ਪਤਨੀ ਤੋਂ ਜੋ ਵੀ ਪੁੱਤਰ ਪੈਦਾ ਹੋਏ ਉਹ ਜਾਂ ਗਰਭ 'ਚ ਹੀ ਮਰ ਗਏ ਜਾਂ ਪੈਦਾ ਹੁੰਦਿਆਂ ਹੀ ਕੁਛ ਦੇਰ ਬਾਅਦ। ਮੈਂ ਇਹਦਾ ਅਰਥ ਕੱਢਿਆ ਕਿ ਇਹ ਦੈਵੀ ਨਿਆਂ ਹੈ। ਪਰਮਾਤਮਾ ਨਹੀਂ ਚਾਹੁੰਦਾ ਕਿ ਇੰਨੇ ਵੱਡੇ ਸਾਮਰਾਜ ਦੇ ਵਾਰਸ ਦਾ ਜਣਕ ਮੈਂ ਬਣਾ। ਵਾਰਸ ਰਹਿਤ ਮੇਰੇ ਰਾਜ ਦਾ ਭਵਿੱਖ ਕੀ ਹੋਏਗਾ, ਇਹ ਚਿੰਤਾ ਮੈਨੂੰ ਸਤਾਉਣ ਲੱਗੀ। ਇਸ ਹਾਲ ਤੋਂ ਉੱਭਰਨ ਲਈ ਮੈਂ ਉਹੀ ਉਪਾਅ ਲੱਭਿਆ ਜਿਹਦੇ ਸੰਬੰਧ ਵਿੱਚ ਵਿਚਾਰ ਤੇ ਫੈਸਲਾ ਕਰਨ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਮੈਂ ਕਈ ਵਿਦਵਾਨਾਂ ਤੇ ਧਰਮ ਗੁਰੂਆਂ ਕੋਲੋਂ ਸ਼ਾਂਤੀ ਨਾਲ ਉਪਾਅ ਪੁੱਛਿਆ, ਪਰ ਕਿਤੇ ਕੋਈ ਰਾਹਤ ਨਾ ਮਿਲੀ। ਸਭ ਤੋਂ ਪਹਿਲਾਂ ਇਹਨਾਂ ਮਾਨਸਿਕ ਤਸੀਆਂ ਦੇ ਸੰਬੰਧ ਮੈਂ ਬਿਸ਼ਪ ਲਿੰਕਨ ਨਾਲ ਸਲਾਹ ਕੀਤੀ। ਹਾਲਤ ਦੀ ਗੰਭੀਰਤਾ ਤੇ ਨਤੀਜੇ ਦੀ ਕਠੋਰਤਾ ਤੇ ਵਿਚਾਰ ਕਰਨ ਤੋਂ ਬਾਅਦ ਉਹਨੇ ਮੈਨੂੰ ਪਤਨੀ ਤਿਆਗ ਦੀ ਸਲਾਹ ਦਿੱਤੀ। ਰਾਜੇ ਨੇ ਅੱਗੇ ਕਿਹਾ ਕਿ ਕੈਂਟਰਬਰੀ ਦੇ ਧਰਮ ਗੁਰੂ ਦੀ ਆਗਿਆ ਨਾਲ ਮੈਂ ਸਾਰੇ ਧਰਮ ਗੁਰੂਆਂ ਨੂੰ ਇਸ ਸਭਾ ਵਿੱਚ ਹਾਜ਼ਰ ਹੋਣ ਲਈ ਸੱਦਿਆ। ਇਹ ਕੰਮ ਮੈਂ ਰਾਣੀ ਦੀ ਸ਼ਖਸੀਅਤ ਤੋਂ ਅਸੰਤੁਸ਼ਟ ਹੋ ਕੇ ਨਹੀਂ, ਸਗੋਂ ਆਪਣੀ ਪੀੜਤ ਆਤਮਾ ਦੀ ਸ਼ਾਂਤੀ ਲਈ ਕਰ ਰਿਹਾ। ਕੈਥਰੀਨ ਬੇਮਿਸਾਲ ਮਹਿਲਾ ਹੈ। ਜੇ ਉਹਦੇ ਵਿਆਹ ਦੀ ਵੈਧਤਾ ਤੁਹਾਨੂੰ ਪ੍ਰਵਾਨ ਹੈ ਤਾਂ ਮੈਨੂੰ ਉਹਨੂੰ ਅਪਣਾਉਣ ਵਿੱਚ ਕੋਈ ਦਿੱਕਤ ਨਹੀਂ ਹੋਏਗੀ। ਰਾਜੇ ਦਾ ਬਿਆਨ ਸੁਣਨ ਤੋਂ ਬਾਅਦ ਕਾਰਡੀਨੇਲ ਕੈਂਪੀਅਸ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਰਾਣੀ ਦੀ ਮੌਜੂਦਗੀ ਨੂੰ ਧਿਆਨ 'ਚ ਰੱਖਦਿਆਂ ਇਹ ਮਾਮਲਾ ਅੱਜ ਟਾਲਿਆ ਜਾਏ। ਇਸ ਦਰਮਿਆਨ ਰਾਣੀ ਨੂੰ ਸੱਦ ਕੇ ਧਰਮ ਗੁਰੂਆਂ ਦੇ ਸਾਹਮਣੇ ਆਪਣੀ ਅਪੀਲ ਪੇਸ਼ ਕਰਨ ਦਾ ਮੌਕਾ ਦਿੱਤਾ ਜਾਏ। ਇਸ ਤਰ੍ਹਾਂ ਆਪਣਾ ਕੰਮ ਪੂਰਾ ਕਰਕੇ ਸਾਰੇ ਧਰਮ ਗੁਰੂ ਉੱਥੋਂ ਵਿਦਾ ਹੋਣ ਲਈ ਉੱਠ ਖੜੇ ਹੋਏ, ਪਰ ਆਪਣਾ ਕੰਮ ਅਧੂਰਾ ਦੇਖ ਕੇ ਰਾਜੇ ਨੇ ਸੋਚਿਆ ਕਿ ਉਹ ਧਰਮ ਗੁਰੂ ਸਾਨੂੰ ਫੁਸਲਾ ਰਹੇ ਹਨ। ਉਹਨੂੰ ਕੀ ਪਤਾ ਕਿ ਟਾਲਣ ਦਾ ਇਹ ਪ੍ਰਸਤਾਵ ਵੀ ਵੂਲਜੇ ਦੀ ਚਾਲ ਹੈ। ਰੋਮ ਦੇ ਧਰਮ ਗੁਰੂ ਦੇ ਇਸ ਰਵੱਈਏ ਤੋਂ ਰਾਜਾ ਅਪਰਸੰਨ ਹੋ ਉੱਠਿਆ। ਸਭਾ ਭੰਗ ਕਰ ਦਿੱਤੀ ਗਈ। ਹੁਣ ਰੰਗਾ ਸਿਆਰ ਵੂਲਜੇ ਆਪਣੇ ਨੀਚ ਸਹਿਯੋਗੀ ਕੈਂਪੀਅਸ ਦੇ ਨਾਲ ਰਾਣੀ ਦੇ ਕੋਲ ਬਰਾਈਡਵੇਲ ਮਹਿਲ ਪਹੁੰਚਿਆ। ਉਹਦੀ ਪੋਸ਼ਾਕ ਤਾਂ ਜ਼ਰੂਰ ਕਾਰਡੀਨੇਲ ਦੀ ਸੀ, ਪਰ ਉਹਦਾ ਦਿਲ ਕਾਲੇ ਰੰਗ ਦਾ ਸੀ। ਉੱਥੇ ਪਹੁੰਚਦੇ ਹੀ ਉਹਨਾਂ ਦੋਹਾਂ ਧੋਖੇਬਾਜ਼ਾਂ ਨੇ ਰਾਣੀ ਅੱਗੇ ਵੱਖ ਕਮਰੇ 'ਚ ਜਾ ਕੇ ਗੱਲ ਕਰਨ ਦਾ ਪ੍ਰਸਤਾਵ ਰੱਖਿਆ, ਪਰ ਸਾਧਵੀ ਕੈਥਰੀਨ ਨੇ ਉਹਨਾਂ ਦਾ ਇਹ ਸੁਝਾਅ ਰੱਦ ਕਰਦਿਆਂ ਕਿਹਾ ਕਿ ਇਕੱਲੇ ਗੱਲ ਕਰਨ ਦੀ ਕੋਈ ਲੋੜ ਨਹੀਂ। ਸੱਚ ਨੂੰ ਕੋਈ ਡਰ ਨਹੀਂ। ਇੱਥੇ ਮੇਰੀਆਂ ਸੇਵਕਾਵਾਂ ਦੇ ਸਾਹਮਣੇ ਜੋ ਕੁਝ ਕਹਿਣਾ ਹੋਵੇ ਕਹੋ। ਬੜੀ ਚੀਕਣੀ ਚੋਪੜੀ ਭਾਸ਼ਾ 'ਚ ਉਸ ਗਊ ਮੁਖੇ ਬਾਘ ਨੇ ਆਪਣਾ ਬਿਆਨ ਸ਼ੁਰੂ ਕੀਤਾ। ਉਹਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੀ ਸੱਚ ਨਿਸ਼ਠਾ 'ਤੇ ਸ਼ੱਕ ਕੀਤਾ ਗਿਆ। ਅਸੀਂ ਨਾ ਕੋਈ ਸ਼ਿਕਾਇਤ ਕਰਨ ਆਏ ਹਾਂ ਅਤੇ ਨਾ ਹੀ ਤੁਹਾਡੇ ਵਰਗੀ ਸਰਬ ਪ੍ਰਵਾਨਿਤ ਔਰਤ ਦੀ ਮਕਬੂਲੀਅਤ ਨੂੰ ਕੋਈ ਹਾਨੀ ਪਹੁੰਚਾਉਣ। ਤੁਹਾਨੂੰ ਦੁਖੀ ਕਰਨ ਦਾ ਵੀ ਸਾਡਾ ਇਰਾਦਾ ਨਹੀਂ ਹੈ। ਅਸੀਂ ਤਾਂ ਸਿਰਫ ਤੁਹਾਡੇ ਤੇ ਰਾਜੇ ਵਿਚਾਲੇ ਪੈਦਾ ਮਤਭੇਦ ਪ੍ਰਤੀ ਤੁਹਾਡੀ ਪ੍ਰਤੀਕਿਰਿਆ ਜਾਣਨਾ ਚਾਹੁੰਦੇ ਹਾਂ, ਤਾਂ ਕਿ ਤੁਹਾਡੀ ਭਲਾਈ ਲਈ ਨਿਆਂ ਸੰਗਤ ਸਲਾਹ ਦੇ ਸਕੀਏ। ਕਹਾਵਤ ਹੈ, ਦੁੱਧ ਦਾ ਸੜਿਆ ਲੱਸੀ ਵੀ ਫੂਕਾਂ ਮਾਰ ਕੇ ਪੀਂਦਾ। ਭਲਾ ਰਾਣੀ ਇਹਨਾਂ ਵਿਸਾਹ ਘਾਤੀਆਂ 'ਤੇ ਕਿਵੇਂ ਇਤਬਾਰ ਕਰਦੀ। ਉਹਨੇ ਦੋ ਟੂਕ ਗੱਲਾਂ ਕੀਤੀਆਂ। ਬੋਲੀ ਕਿ ਗੱਲਾਂ ਤੂੰ ਬੜਾ ਬੇਸ਼ਰਮ ਲਹਿਜੇ 'ਚ ਕਰ ਰਿਹਾ ਹੈ। ਰੱਬ ਕਰੇ ਤੂੰ ਖੁਦ ਨੂੰ ਅਜਿਹਾ ਹੀ ਇਮਾਨਦਾਰ ਸਿੱਧ ਕਰੇ। ਉਹਨੇ ਕਿਹਾ ਕਿ ਅਜਿਹੇ ਗੰਭੀਰ ਸਵਾਲ ਦਾ ਜਵਾਬ ਦੇਣ ਦੀ ਹਾਲਤ ਵਿੱਚ ਮੈਂ ਨਹੀਂ ਹਾਂ। ਪਿਆਰ ਤੇ ਹੱਕ ਤੋਂ ਵਾਂਝੀ ਮੇਰੇ ਵਰਗੀ ਮਜਬੂਰ ਔਰਤ ਦਾ ਇਸ ਦੇਸ਼ 'ਚ ਨਾ ਕੋਈ ਹਿਤੈਸ਼ੀ ਹੈ, ਨਾ ਹੀ ਸਲਾਹਕਾਰ ਹੈ। ਕੈਂਪੀਅਸ ਨੇ ਰਾਣੀ ਨੂੰ ਢਾਰਸ ਦਿੰਦਿਆਂ ਕਿਹਾ ਕਿ ਤੁਸੀਂ ਆਪਣੀ ਅਦਾਲਤ ਵਿੱਚ ਹਾਰ ਜਾਓ, ਉਦੋਂ ਤੋਂ ਅਪਮਾਨ ਹੀ ਤੁਹਾਡੇ ਹੱਥ ਲੱਗੂਗਾ। ਵੂਲਜੇ ਨੇ ਵੀ ਉਸ ਸੁਝਾਅ ਦੀ ਹਮਾਇਤ ਹੀ ਕੀਤੀ। ਰਾਣੀ ਦਾ ਜਵਾਬ ਸੀ ਕਿ ਤੁਹਾਡਾ ਸੁਝਾਅ ਮੇਰੇ ਪਤਨ ਦਾ ਰਾਹ ਰੁਸ਼ਨਾਏਗਾ। ਕਿ ਇਹੀ ਤੁਹਾਡੇ ਧਰਮ ਦਾ ਰਾਹ ਹੈ। ਸਵਰਗ ਵਿੱਚ ਵੀ ਇੱਕ ਜੱਜ ਹੈ ਜਿਹਨੂੰ ਕੋਈ ਰਾਜਾ ਕੁਰਾਹੇ ਨਹੀਂ ਪਾ ਸਕਦਾ। ਰਾਣੀ ਨੇ ਉਹਨਾਂ ਦੀ ਭੰਡੀ ਕਰਦਿਆਂ ਕਿਹਾ ਕਿ ਮੈਂ ਤਾਂ ਤੁਹਾਡੇ ਲੋਕਾਂ ਨੂੰ ਧਰਮਾਤਮਾ ਸਮਝਦੀ ਸੀ, ਪਰ ਮੈਨੂੰ ਡਰ ਹੈ ਕਿ ਤੁਸੀਂ ਦੋਵੇਂ ਪੱਥਰ ਦਿਲ ਪਾਪ ਆਤਮਾ। ਮੇਰੇ ਵਰਗੀ ਅਪਮਾਨਿਤ ਤੇ ਦਬਾਈ ਗਈ ਨਾਰੀ ਦਾ ਦੁੱਖ ਦੂਰ ਕਰਨ ਲਈ ਤੁਹਾਡਾ ਇਹੀ ਨੁਸਖਾ ਹੈ। ਜਾਣ ਲਓ ਕਿ ਮੇਰੇ ਦੁੱਖ ਦਾ ਫਲ ਤੁਹਾਨੂੰ ਭੋਗਣਾ ਪਏਗਾ। ਝੂਠੇ, ਤੇਰੇ ਵਿੱਚ ਨਾ ਮਮਤਾ ਹੈ ਨਾ ਸਦਵਿਚਾਰ। ਤੇਰਾ ਜਾਮਾ ਸਿਰਫ ਕਾਰਡੀਨੇਲ ਦਾ ਹੈ, ਨਹੀਂ ਤਾਂ ਤੂੰ ਵੀ ਕਦੇ ਵੀ ਸਲਾਹ ਨਾ ਦਿੰਦਾ ਕਿ ਆਪਣਾ ਮਾਮਲਾ ਇੱਕ ਅਜਿਹੇ ਵਿਅਕਤੀ ਦੇ ਹੱਥ ਸੌਂਪ ਦਿਆਂ ਜਿਹਨੇ ਆਪਣੇ ਪਿਆਰ ਆਪਣੇ ਸਹਿਵਾਸ ਤੋਂ ਮੈਨੂੰ ਵਾਂਝਿਆ ਕਰ ਦਿੱਤਾ ਹੈ। ਪਤਨੀ ਦੇ ਰੂਪ 'ਚ ਮੈਂ ਇੰਨਾ ਜੀਵਨ ਹੰਢਾਇਆ, ਨਿਸ਼ਠਾਪੂਰਵਕ ਉਹਨੂੰ ਪਿਆਰ ਕੀਤਾ। ਪ੍ਰਭੂ ਤੋਂ ਬਾਅਦ ਪਤੀ ਨੂੰ ਹੀ ਆਪਣਾ ਸਾਰਾ ਕੁਝ ਮੰਨਿਆ। ਅੱਜ ਉਹਦਾ ਫਲ ਭੋਗ ਰਹੀ ਹਾਂ।
ਫਿਰ ਵੀ ਮੈਂ ਸ਼ਾਂਤੀ ਭਾਵ ਨਾਲ ਇਹ ਸਾਰਾ ਸਹਿ ਰਹੀ ਹਾਂ। ਅੰਤ 'ਚ ਰਾਣੀ ਨੇ ਕਿਹਾ ਕਿ ਜਿਸ ਸਨਮਾਨ ਨਾਲ ਰਾਜੇ ਨੇ ਮੈਨੂੰ ਸ਼ਿੰਗਾਰਿਆ ਹੈ, ਉਹਨੂੰ ਖੁਦ ਨਹੀਂ ਛੱਡਾਂਗੀ। ਰਾਜੇ ਦੇ ਪਛਤਾਵਾ ਕਰਨ 'ਤੇ ਹੀ ਇਸ ਤੋਂ ਛੁਟਕਾਰਾ ਮਿਲ ਸਕੇਗਾ। ਇਹ ਪਾਪੀ ਦਿਲ ਪਾਦਰੀ ਰਾਣੀ ਨੂੰ ਵਿਚਾਲਿਓਂ ਰੋਕ ਟੋਕ ਕੇ ਆਪਣੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਆਪਣੇ ਦਿਲ ਦਾ ਵਲਵਲਾ ਰੋਕਣ 'ਚ ਅਸਮਰਥ ਰਹੀ। ਉਹਨੇ ਉਹਨਾਂ ਦੋਵਾਂ ਨੂੰ ਕਿਹਾ ਕਿ ਚੰਗਾ ਹੋਇਆ ਹੁੰਦਾ ਕਿ ਮੈਂ ਇੰਗਲੈਂਡ ਨਾ ਆਈ ਹੁੰਦੀ ਅਤੇ ਇੱਥੋਂ ਦੇ ਚਾਪਲੂਸਾਂ ਨਾਲ ਮੇਰਾ ਵਾਹ ਨਾ ਪਿਆ ਹੁੰਦਾ। ਤੁਹਾਡਾ ਚਿਹਰਾ ਤਾਂ ਦੇਵਦੂਤਾਂ ਜਿਹਾ ਹੈ, ਪਰ ਤੁਹਾਡਾ ਦਿਲ ਤਾਂ ਰੱਬ ਹੀ ਜਾਣੇ। ਬੋਲੀ ਕਿ ਹੁਣ ਮੇਰਾ ਕੀ ਵਿਗੜਨ ਵਾਲਾ ਹੈ? ਮੈਂ ਤਾਂ ਸੰਸਾਰ ਦੀ ਸਭ ਤੋਂ ਦੁਖੀ ਨਾਰੀ ਹਾਂ। ਕਦੇ ਇੱਥੋਂ ਦੀ ਸਰਵਸ਼੍ਰੇਸ਼ਟ ਗੌਰਵਸ਼ਾਲੀ ਔਰਤ ਹੁਣ ਤਾਂ ਵਿਨਾਸ਼ ਦੇ ਕਿਨਾਰੇ ਪਹੁੰਚ ਚੁੱਕੀ ਹੈ। ਵੂਲਜ਼ੇ ਨੇ ਰਾਣੀ ਨੂੰ ਫੁਸਲਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਸਫਾਈ ਦਿੰਦਿਆਂ ਉਹਨੇ ਕਿਹਾ ਕਿ ਤੁਸੀਂ ਗੱਲ ਨੂੰ ਦੂਜੇ ਪਾਸੇ ਨਾ ਲਿਜਾਓ। ਅਸੀਂ ਸੱਚੇ ਮਨੋਂ ਤੁਹਾਡੀ ਭਲਾਈ ਲਈ ਆਏ ਹਾਂ। ਤੁਹਾਨੂੰ ਦੁਖੀ ਕਰਕੇ ਸਾਡਾ ਕੀ ਲਾਭ ਹੋਏਗਾ? ਮੇਰਾ ਪਦ ਅਤੇ ਮੇਰਾ ਬਾਣਾ ਦੋਵੇਂ ਕਿਸੇ ਦਾ ਅਹਿਤ ਕਰਨ ਦੀ ਮਾਨਤਾ ਨਹੀਂ ਦਿੰਦੇ। ਅਸੀਂ ਦੂਸਰਿਆਂ ਦਾ ਦੁੱਖ ਦੂਰ ਕਰਦੇ ਹਾਂ, ਵਧਾਉਂਦੇ ਨਹੀਂ। ਤੁਸੀਂ ਕਿਰਪਾ ਕਰਕੇ ਵਿਚਾਰ ਕਰੋ ਕਿ ਆਪਣੇ ਵਤੀਰੇ ਨਾਲ ਤੁਸੀਂ ਰਾਜੇ ਦੀ ਨਾਰਾਜ਼ਗੀ ਹੀ ਮੁੱਲ ਲਓਗੇ। ਅਨਾਦਰ ਪ੍ਰਤੀ ਰਾਜ ਪੁਰਖਾਂ ਦਾ ਦਿਲ ਕਠੋਰ ਹੋ ਜਾਂਦਾ ਹੈ। ਤੁਸੀਂ ਤਾਂ ਬੜੀ ਸੁਸ਼ੀਲ, ਨਿਮਰ ਅਤੇ ਸ਼ਾਂਤ ਸੁਭਾਵੀ ਔਰਤ ਹੋ। ਸਾਨੂੰ ਤੁਸੀਂ ਆਪਣਾ ਸ਼ੁਭ ਚਿੰਤਕ ਅਤੇ ਸੇਵਕ ਸਮਝੋ। ਇੱਥੇ ਆਉਣ ਦਾ ਸਾਡਾ ਉਦੇਸ਼ ਸਿਰਫ ਤੁਹਾਡੇ ਦੋਵਾਂ ਵਿਚਾਲੇ ਸੁਲ੍ਹਾ ਕਰਾਉਣਾ ਹੈ। ਕੈਂਪੀਅਸ ਨੇ ਵੀ ਰਾਣੀ ਨੂੰ ਸਮਝਾਇਆ, ਤੁਸੀਂ ਆਪਣੇ ਮਨੋਂ ਖਦਸ਼ਾ ਦੂਰ ਕਰ ਦਿਓ। ਰਾਜਾ ਤੁਹਾਨੂੰ ਅਜੇ ਵੀ ਪਿਆਰ ਕਰਦੇ ਹਨ। ਅਸੀਂ ਵੀ ਆਪਣੀ ਯੋਗਤਾ ਅਨੁਸਾਰ ਤੁਹਾਡੀ ਪੂਰੀ ਮਦਦ ਕਰਾਂਗੇ। ਉਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਰਾਣੀ ਨੇ ਕਿਹਾ, ਤੁਹਾਡੇ ਵਰਗਿਆਂ ਨਾਲ ਗੱਲ ਕਰਨ 'ਚ ਜੇ ਕੋਈ ਅਭੱਦਰਤਾ ਹੋਈ ਤਾਂ ਮਾफ़ ਕਰੋ। ਮੇਰੀ ਸਿਰਫ ਇੱਕ ਬੇਨਤੀ ਰਾਜੇ ਤੱਕ ਪਹੁੰਚਾ ਦਿਓ ਕਿ ਮੈਂ ਉਹਨਾਂ ਨੂੰ ਅਜੇ ਵੀ ਪਿਆਰ ਕਰਦੀ ਹਾਂ ਅਤੇ ਤਾਉਮਰ ਉਹਨਾਂ ਲਈ ਪ੍ਰਾਰਥਨਾ ਕਰਦੀ ਰਹਾਂਗੀ। ਰਾਣੀ ਨੂੰ ਪ੍ਰਭਾਵਿਤ ਕਰਨ ਦਾ ਯਤਨ ਵੀ ਨੀਚ ਵੂਲਜ਼ੇ ਦੀ ਚਾਲ ਸੀ। ਤਲਾਕ ਦਾ ਮਾਮਲਾ ਉਹ ਕੁਝ ਦਿਨ ਹੋਰ ਉਲਝਾਈ ਰੱਖਣਾ ਚਾਹੁੰਦਾ ਸੀ, ਇਸ ਲਈ ਉਹਨੇ ਸਭਾ ਮੁਅੱਤਲ ਕਰਵਾਈ ਸੀ। ਇਸੇ ਦਰਮਿਆਨ ਉਹਨੇ ਰੋਮ ਦੇ ਪੋਪ ਦੇ ਕੋਲ ਪੱਤਰ ਭੇਜ ਕੇ ਉਸ ਕੋਲ ਪ੍ਰਾਰਥਨਾ ਕੀਤੀ ਸੀ ਕਿ ਤਲਾਕ ਦੀ ਇਜਾਜ਼ਤ ਨਾ ਦੇਣ, ਨਹੀਂ ਤਾਂ ਰਾਜਾ ਹੈਨਰੀ ਕੈਥਰੀਨ ਦੀ ਸਹਿਚਾਰੀ ਨਾਲ ਵਿਆਹ ਕਰ ਲਏਗਾ। ਵੂਲਜ਼ੇ ਇਸ ਸਬੰਧ ਦੇ ਵਿਰੁੱਧ ਸੀ। ਉਹ ਮੰਨਦਾ ਸੀ ਕਿ ਐਨੀ ਬੁਲੇਨ ਸੁੰਦਰ ਅਤੇ ਸਰਵਗੁਣ ਸੰਪੰਨ ਹੈ, ਪਰ ਕਿਉਂਕਿ ਉਹ ਲੂਥਰ ਪੰਥੀ ਹੈ, ਇਸ ਕਰਕੇ ਵੂਲਜ਼ੇ ਦਾ ਮਤਲਬ ਹੱਲ ਨਹੀਂ ਹੋਣ ਵਾਲਾ। ਇਸ ਲਈ ਉਹਦੇ ਬਦਲੇ ਉਹ ਫਰਾਂਸ ਦੇ ਰਾਜੇ ਦੀ ਭੈਣ ਏਲੰਕਣ ਨਾਲ ਰਾਜੇ ਦਾ ਵਿਆਹ ਕਰਾਉਣਾ ਚਾਹੁੰਦਾ ਸੀ। ਸਬੱਬੀ ਰੋਮ ਨੂੰ ਲਿਖਿਆ ਗਿਆ ਵੂਲਜ਼ੇ ਦਾ ਇਹ ਪੱਤਰ ਰਾਜਾ ਹੈਨਰੀ ਦੇ ਹੱਥ ਲੱਗ ਗਿਆ। ਵੂਲਜ਼ੇ ਦੇ ਵਿਰੋਧੀ ਪਾਰਸ਼ਦ ਇਸ ਖਬਰ ਤੋਂ ਖੁਸ਼ ਹੋ ਉੱਠੇ। ਉਹ ਜਾਣਦੇ ਸੀ ਕਿ ਹੁਣ ਵੂਲਜ਼ੇ ਦਾ ਪਤਨ ਤੈਅ ਹੈ। ਵੂਲਜ਼ੇ ਦੀ ਚਾਲ ਦੇ ਬਾਵਜੂਦ ਰਾਜੇ ਨੇ ਐਨੀ ਬੁਲੇਨ ਦੇ ਵਿਆਹ ਤੇ ਰਾਜ ਤਿਲਕ ਦਾ ਐਲਾਨ ਹੋਣ ਤੋਂ ਬਾਅਦ ਇਹ ਵੀ ਕਿਹਾ ਕਿ ਕੈਥਰੀਨ ਪ੍ਰਿੰਸ ਆਰਥਰ ਦੀ ਵਿਧਵਾ ਰਾਜਮਹਿਸ਼ੀ ਕਿੱਥੇ ਜਾਏਗੀ। ਕੈਂਟਰਬਰੀ ਦੇ ਪੋਪ ਕ੍ਰੇਨਮਰ ਦੇ ਵੱਧਦੇ ਪ੍ਰਭਾਵ ਕਰਕੇ ਵੂਲਜ਼ੇ ਉਸ ਨਾਲ ਵੀ ਨਾਰਾਜ਼ ਹੋ ਗਿਆ ਸੀ। ਪਰ ਹੁਣ ਵੂਲਜ਼ੇ ਦੇ ਮਾੜੇ ਦਿਨ ਆ ਗਏ। ਉਹਦੇ ਦੰਭ, ਈਰਖਾ, ਕਮੀਨਗੀ, ਮਨਮਾਣੇਪਣ ਅਤੇ ਪਾਰਸ਼ਦਾਂ ਦਾ ਅਪਮਾਨ ਅਤੇ ਉਹਨਾਂ ਦਾ ਅਵਸਾਦ ਆਦਿ ਹਰਕਤਾਂ ਤੋਂ ਸਾਰੇ ਲੋਕ ਤਰਸਤ ਸਨ। ਪਰ ਕੋਈ ਇਹ ਨਹੀਂ ਸੀ ਜਾਣਦਾ ਕਿ ਪਾਦਰੀ ਵੂਲਜ਼ੇ ਨੇ ਅਕੂਤ ਧਨ ਦੌਲਤ ਵੀ ਇਕੱਠੀ ਕਰ ਲਈ ਹੈ। ਬਦਕਿਸਮਤੀ ਨਾਲ ਵੂਲਜ਼ੇ ਨੇ ਆਪਣੇ ਸੇਵਕ ਕਰਾਮਵੇਲ ਦੇ ਹੱਥ ਜੋ ਸਰਕਾਰੀ ਕਾਗਜ਼ ਭੇਜਿਆ ਸੀ, ਉਸ 'ਚ ਉਹਦੀ ਅਪਾਰ ਸੰਪਤੀ ਦਾ ਵੇਰਵਾ ਪੜ੍ਹ ਕੇ ਰਾਜਾ ਤਾਂ ਅਵਾਕ ਰਹਿ ਗਿਆ। ਉਹਨੇ ਕਿਹਾ, ਅਸੀਂ ਤਾਂ ਸੋਚਦੇ ਸੀ ਕਿ ਉਹ ਭੌਤਿਕਤਾ ਨਾਲੋਂ ਵੱਧ ਅਧਿਆਤਮਕ ਵਿਚਾਰਾਂ ਅਤੇ ਧਾਰਮਿਕ ਕਿਰਿਆ ਕਲਾਪਾਂ 'ਤੇ ਧਿਆਨ ਦਿੰਦਾ ਹੈ, ਪਰ ਉਹ ਤਾਂ ਹਰ ਸਮੇਂ ਮਾਇਆ ਜਾਲ 'ਚ ਹੀ ਫਸਿਆ ਰਹਿੰਦਾ। ਫੌਰਨ ਲਾਵੇਲ ਨੂੰ ਭੇਜ ਕੇ ਰਾਜੇ ਨੇ ਵੂਲਜ਼ੇ ਨੂੰ ਸੱਦਿਆ। ਵੂਲਜ਼ੇ ਦੇ ਪਹੁੰਚਦਿਆਂ ਰਾਜੇ ਨੇ ਉਹਦੇ ਅਧਿਆਤਮਕ ਚਿੰਤਨ ਅਤੇ ਭੌਤਿਕਤਾ ਦੇ ਪ੍ਰਤੀ ਅਣਇੱਛਾ ਦੀ ਪ੍ਰਸ਼ੰਸਾ ਕੀਤੀ। ਕਿਹਾ, ਤੇਰੇ ਵਰਗੇ ਸਹਿਯੋਗੀ ਪਾ ਕੇ ਮੈਂ ਬੜਾ ਪ੍ਰਸੰਨ ਹਾਂ। ਉਹਨੂੰ ਕੀ ਪਤਾ ਸੀ ਕਿ ਪ੍ਰਸ਼ੰਸਾ ਨਹੀਂ ਸਗੋਂ ਵਿਅੰਗ ਸੀ। ਉਹਨੇ ਪ੍ਰਵਾਨ ਕੀਤਾ ਕਿ ਅਧਿਆਤਮਕ ਚਿੰਤਨ ਮੰਨਣ ਦੇ ਨਾਲ ਹੀ ਸਾਨੂੰ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਦਾ ਨਿਰਬਾਹ ਅਤੇ ਪਰਜਾ ਦੀ ਸਮੱਸਿਆ 'ਤੇ ਵੀ ਕਾਫੀ ਸਮਾਂ ਲਗਾਉਣਾ ਪੈਂਦਾ ਹੈ। ਇਹਨਾਂ ਗੱਲਾਂ ਲਈ ਉਹਨੂੰ ਸ਼ਾਬਾਸ਼ੀ ਦਿੰਦਿਆਂ ਰਾਜੇ ਨੇ ਕਿਹਾ ਕਿ ਇਸੇ ਵਜ੍ਹਾ ਕਰਕੇ ਮੇਰੇ ਪਿਤਾ ਤੈਨੂੰ ਪਿਆਰ ਕਰਦੇ ਹਨ। ਉਹਨਾਂ ਦੁਆਰਾ ਤੈਨੂੰ ਦਿੱਤੇ ਗਏ ਪਦ ਅਤੇ ਸਨਮਾਨ ਦਾ ਮੈਂ ਵੀ ਨਿਰਵਾਹ ਕੀਤਾ ਕਿ ਤੂੰ ਮੇਰਾ ਕਰੀਬੀ ਸਹਿਯੋਗੀ ਰਹੀ। ਮੇਰੇ ਪਿਤਾ ਨੇ ਤੈਨੂੰ ਅਜਿਹੇ ਪਦ 'ਤੇ ਬਿਠਾਇਆ ਜਿੱਥੇ ਲਾਭ ਦਾ ਸਹਿਯੋਗ ਸੀ। ਇਸ ਤਰ੍ਹਾਂ ਅਸੀਂ ਆਪਣੀ ਆਮਦਨੀ ਘਟਾਈ। ਇਹ ਸੁਣਦਿਆਂ ਵੂਲਜ਼ੇ ਦੇ ਕੰਨ ਖੜੇ ਹੋ ਗਏ। ਰਾਜੇ ਦੀਆਂ ਗੂੜ੍ਹ ਗੱਲਾਂ ਉਹਦੀ ਸਮਝੋਂ ਬਾਹਰ ਸਨ। ਹੁਣ ਰਾਜੇ ਨੇ ਉਸ 'ਤੇ ਸਿੱਧਾ ਵਾਰ ਕੀਤਾ। ਉਹਨੇ ਪੁੱਛਿਆ, ਰਾਜ ਦੇ ਸਰਵਉੱਚ ਪਦ 'ਤੇ ਬਿਰਾਜਮਾਨ ਤੂੰ ਸਾਡੇ ਪ੍ਰਤੀ ਵਫਾਦਾਰ ਹੈ ਜਾਂ ਨਹੀਂ? ਵੂਲਜ਼ੇ ਨੇ ਬੜੀ ਭਗਤੀ ਭਾਵ ਨਾਲ ਪ੍ਰਵਾਨ ਕੀਤਾ ਕਿ ਮੇਰੀ ਯੋਗਤਾ ਅਤੇ ਆਕਾਂਖਿਆ ਤੋਂ ਵੀ ਵੱਧ ਤੁਸੀਂ ਮੈਨੂੰ ਬਖਸ਼ਿਆ। ਮੈਂ ਵੀ ਤੁਹਾਡੇ ਮੰਗਲ ਰਾਜ ਦੀ ਭਲਾਈ ਦੇ ਪ੍ਰਤੀ ਤਨੋਂ ਮਨੋਂ ਸਮਰਪਿਤ ਰਿਹਾ। ਤੁਹਾਡੀ ਕਿਰਪਾ ਲਈ ਮੈਂ ਅਹਿਸਾਨ ਮੰਨਦਾ। ਤੁਹਾਡਾ ਸੱਚ ਨਿਸ਼ਟ ਸੇਵਕ ਹਾਂ।
ਤੁਹਾਡੇ ਪ੍ਰਤੀ ਇਸੇ ਤਰ੍ਹਾਂ ਸੁਆਮੀ ਭਗਤ ਬਣਿਆ ਰਹਾਂ, ਇਹ ਮੇਰੀ ਪ੍ਰਾਰਥਨਾ ਹੈ। ਮੈਂ ਯਕੀਨ ਦਿਵਾਉਣਾ ਕਿ ਸਵਾਰਥ ਤੋਂ ਉੱਪਰ ਉੱਠ ਕੇ ਮੈਂ ਸਦਾ ਤੁਹਾਡੀ ਭਲਾਈ ਦੇ ਲਈ ਯਤਨਸ਼ੀਲ ਰਹਾਂਗਾ। ਭਵਿੱਖ ਵਿੱਚ ਵੀ ਇਸੇ ਤਰ੍ਹਾਂ ਤੁਹਾਡੇ ਪ੍ਰਤੀ ਮੇਰੀ ਭਗਤੀ ਅਟੱਲ ਰਹੇਗੀ। ਹੁਣ ਰਾਜੇ ਨੇ ਹੋਰ ਪਾਰਸ਼ਦਾਂ ਦੇ ਸਾਹਮਣੇ ਵੂਲਜ਼ੇ ਨੂੰ ਕੁਝ ਕਾਗਜ਼ ਪੜ੍ਹਨ ਲਈ ਦਿੱਤੇ। ਇਹ ਪਾਰਸ਼ਦ ਤਾਂ ਸਾਰੀਆਂ ਗੱਲਾਂ ਜਾਣਦੇ ਹੀ ਸੀ। ਵੂਲਜ਼ੇ ਨੂੰ ਘੇਰ ਕੇ ਉਹ ਆਪਸ 'ਚ ਕਾਨਾਫੂਸੀ ਕਰਨ ਲੱਗੇ। ਰਾਜੇ ਦੇ ਕ੍ਰੋਧ ਦਾ ਕਾਰਨ ਸਮਝਣ 'ਚ ਵੂਲਜ਼ੇ ਅਸਮਰਥ ਸੀ। ਕਾਗਜ਼ ਦੇਖਦਿਆਂ ਉਹ ਸਮਝ ਗਿਆ ਕਿ ਇਸ ਵਿੱਚ ਦਰਜ ਮੇਰੀ ਸੰਪਤੀ ਦਾ ਵੇਰਵਾ ਤੇ ਪੋਪ ਨੂੰ ਲਿਖਿਆ ਹੋਇਆ ਮੇਰਾ ਪੱਤਰ ਹੈ। ਇਹੀ ਰਾਜੇ ਦੇ ਰੋਹ ਦਾ ਕਾਰਨ ਸੀ। ਆਪਣੀ ਗਲਤੀ ਨਾਲ ਉਹਨੇ ਆਪਣੇ ਪੈਰ 'ਤੇ ਕੁਹਾੜੀ ਮਾਰੀ। ਉਹ ਸਮਝ ਗਿਆ ਕਿ ਹੁਣ ਰਾਜੇ ਦੇ ਕ੍ਰੋਧ ਦਾ ਭਾਜਨ ਬਣਨਾ ਪਏਗਾ। ਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਉਪਾਅ ਉਹਨੂੰ ਸੁੱਝ ਨਹੀਂ ਰਿਹਾ ਸੀ। ਭਵਿੱਖਤਾ ਨੇ ਉਹਦਾ ਭਵਿੱਖ ਹਨੇਰ ਕੁੰਨ ਕਰ ਦਿੱਤਾ ਸੀ। ਤਪਣ ਵਾਲਾ ਪ੍ਰਚੰਡ ਸੂਰਜ ਹੁਣ ਜਲਦੀ ਡੁੱਬਣ ਵਾਲਾ ਸੀ। ਥੋੜ੍ਹੀ ਦੇਰ ਬਾਅਦ ਲਾਰਡ ਨਾਰਫਾਕ ਤੇ ਸਫਾਕ ਸਰੇ ਤੇ ਲਾਰਡ ਚੈਂਬਰਲੈਨ ਨੇ ਆ ਕੇ ਕਾਰਡੀਨੇਲ ਵੂਲਜ਼ੇ ਨੂੰ ਰਾਜੇ ਦੇ ਹੁਕਮ ਤੋਂ ਜਾਣੂ ਕਰਾਇਆ। ਉਹਨਾਂ ਨੇ ਕਿਹਾ ਕਿ ਆਪਣੇ ਪਦ ਨਾਲ ਸੰਬੰਧਿਤ ਰਾਜਕੀ ਸੀਲ ਮੋਹਰ ਸਾਨੂੰ ਸੌਂਪ ਦੇ ਤੇ ਅਗਲੀ ਸੂਚਨਾ ਤੱਕ ਉਸ ਹਾਊਸ 'ਚ ਨਜ਼ਰਬੰਦ ਰਹੇ। ਪਰ ਵੂਲਜ਼ੇ ਇਹਨਾਂ ਸਾਮੰਤਾਂ ਦੀਆਂ ਗੱਲਾਂ 'ਤੇ ਯਕੀਨ ਕਰਨ 'ਚ ਅਸਮਰਥ ਸੀ। ਇੰਨੇ ਕਠੋਰ ਹੁਕਮ ਦਾ ਪਰਵਾਨਾ ਮੰਗਿਆ। ਇਹਨਾਂ ਨੂੰ ਲਾਹਨਤਾਂ ਪਾਉਂਦਿਆਂ ਉਹਨੇ ਕਿਹਾ ਕਿ ਤੁਸੀਂ ਈਰਖਾਲੂ ਹੋ, ਮੈਨੂੰ ਹਾਨੀ ਪਹੁੰਚਾਉਣਾ ਚਾਹੁੰਦੇ ਹੋ। ਉਹਨੇ ਕਿਹਾ ਕਿ ਰਾਜਾ ਦੁਆਰਾ ਦਿੱਤਾ ਹੋਇਆ ਉਹ ਰਾਜਕੀ ਪ੍ਰਮਾਣ ਲੈਣ ਵਾਲਾ ਤੂੰ ਕੌਣ ਹੁੰਦਾ ਹੈ? ਜਿਸ ਰਾਜੇ ਨੇ ਸੀਲ ਮੋਹਰ ਦਿੱਤੀ ਹੈ ਉਹੀ ਮੇਰੇ ਕੋਲੋਂ ਲੈ ਸਕਦਾ ਹੈ। ਸਰੇ ਨੇ ਉਸ ਜ਼ਿੱਦੀ ਪਾਦਰੀ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਰਾਜੇ ਦੀ ਆਗਿਆ ਦਾ ਪਾਲਣ ਕਰਾਉਣ ਹੀ ਅਸੀਂ ਆਏ ਹਾਂ। ਜ਼ਿੱਦੀ ਸ਼ਬਦ ਸੁਣਦਿਆਂ ਹੀ ਪਾਦਰੀ ਵੂਲਜ਼ੇ ਉਸ ਨਾਲ ਉਲਝ ਪਿਆ। ਹੁਣ ਸਰੇ ਨੇ ਵੀ ਇਸ ਹਥਿਆਰੇ ਪਾਦਰੀ ਦੇ ਕਾਰਨਾਮੇ ਗਿਣਾਉਣੇ ਸ਼ੁਰੂ ਕੀਤੇ। ਬੋਲਿਆ ਕਿ ਤੂੰ ਬਕਿੰਘਮ ਦਾ ਕਾਰਨ ਹੀ ਕਤਲ ਕਰਾ ਦਿੱਤਾ। ਤੂੰ ਦੇਸ਼ ਦੀ ਸਾਰੀ ਸੰਪਤੀ ਨਾਜਾਇਜ਼ ਰੂਪ 'ਚ ਨੋਚ ਖਸੋਟ ਕੇ ਹਥਿਆ ਲਈ। ਰਾਜੇ ਦੇ ਖਿਲਾਫ ਪੋਪ ਨੂੰ ਪੱਤਰ ਲਿਖਿਆ। ਰਾਜੇ ਦੀ ਜਾਣਕਾਰੀ ਜਾਂ ਆਗਿਆ ਤੋਂ ਬਿਨਾਂ ਤੂੰ ਪੋਪ ਦਾ ਨੁਮਾਇੰਦਾ ਬਣਨ ਦੀ ਤਿਕੜਮ ਰਚੀ। ਵਿਦੇਸ਼ ਭੇਜੀਆਂ ਗਈਆਂ ਚਿੱਠੀਆਂ 'ਚ ਤੂੰ ਖੁਦ ਨੂੰ ਰਾਜਾ ਤੋਂ ਵੀ ਉੱਪਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਰੋਮ ਨੂੰ ਨਾਜਾਇਜ਼ ਰੂਪ ਨਾਲ ਬਹੁਮੁੱਲਾ ਤੋਹਫਾ ਭੇਜ ਆਪਣੀ ਮਰਿਆਦਾ ਵਧਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਲੋਕਾਂ ਦੇ ਚਲੇ ਜਾਣ ਤੋਂ ਬਾਅਦ ਵੂਲਜ਼ੇ ਸੋਚਣ ਲੱਗਿਆ ਕਿ ਆਦਮੀ ਦੀਆਂ ਆਕਾਂਖਿਆਵਾਂ ਹੌਲੀ ਹੌਲੀ ਵਧਣ ਲੱਗਦੀਆਂ। ਸਫਲਤਾ ਦੀਆਂ ਪੌੜੀਆਂ ਰਾਹੀਂ ਉਹ ਉੱਪਰ ਤਾਂ ਪੜ ਜਾਂਦਾ ਹੈ, ਪਰ ਅਚਾਨਕ ਝੱਖੜ ਦਾ ਅਜਿਹਾ ਵਾਵਰੇਲਾ ਆਉਂਦਾ ਹੈ, ਉਹ ਮਿੱਟੀ 'ਚ ਮਿਲ ਜਾਂਦਾ ਹੈ। ਮੈਂ ਇੰਨੇ ਸਮੇਂ ਤੱਕ ਗੌਰਵਮਈ ਜੀਵਨ ਬਿਤਾਇਆ, ਪਰ ਅੱਜ ਸਾਰਾ ਕੁਝ ਖਤਮ ਹੋ ਗਿਆ। ਦੰਭ ਦੇ ਝੂਠੇ ਦਿਖਾਵੇ ਦਾ ਨਤੀਜਾ ਹੈ ਮੇਰੀ ਇਹ ਦੁਰਦਸ਼ਾ। ਪਦ ਪ੍ਰਤਿਸ਼ਠਾ ਦਾ ਇੱਕ ਖੋਖਲਾ ਦਿਖਾਵਾ ਬੇਕਾਰ ਹੈ। ਹੁਣ ਮੇਰੀ ਸਮਝ 'ਚ ਆਇਆ ਹੈ ਕਿ ਰਾਜਾ ਕਿਰਪਾ 'ਤੇ ਨਿਰਭਰ ਰਹਿਣ ਵਾਲਾ ਵਿਅਕਤੀ ਕਿਵੇਂ ਦੀਨਹੀਨ ਹੁੰਦਾ ਹੈ। ਅਜਿਹਾ ਆਦਮੀ ਜਦੋਂ ਇੱਕ ਵਾਰੀ ਡਿੱਗਦਾ ਹੈ ਫਿਰ ਉਹਦੇ ਉਧਾਰ ਦੀ ਕੋਈ ਉਮੀਦ ਨਹੀਂ ਰਹਿ ਜਾਂਦੀ। ਇੰਨੇ 'ਚ ਹੀ ਉਹਦਾ ਸੇਵਕ ਕ੍ਰਾਮਵੇਲ ਵੂਲਜ਼ੇ ਦੇ ਸਾਹਮਣੇ ਆ ਖੜਾ ਹੋਇਆ। ਮਾਲਕ ਨੂੰ ਇਸ ਤਰ੍ਹਾਂ ਮਰਮਾਹਤ ਦੇਖ ਉਹਦੀਆਂ ਅੱਖਾਂ ਗਿੱਲੀਆਂ ਹੋ ਗਈਆਂ, ਪਰ ਵੂਲਜ਼ੇ ਨੇ ਉਹਨੂੰ ਸਮਝਾਇਆ ਕਿ ਮੇਰੀ ਹਾਰ ਜ਼ਰੂਰ ਹੋ ਚੁੱਕੀ ਹੈ, ਪਰ ਮੈਨੂੰ ਸ਼ਾਂਤੀ ਮਿਲੀ ਹੈ। ਰਾਜੇ ਨੇ ਮੇਰਾ ਚੰਗਾ ਇਲਾਜ ਕਰਵਾਇਆ ਹੈ। ਮੇਰਾ ਅੰਤःਕਰਨ ਤੰਦਰੁਸਤ ਹੋ ਗਿਆ, ਸਾਰਾ ਬੋਝ ਹੌਲਾ ਹੋ ਗਿਆ। ਸਵਰਗ ਦੀ ਚਿੰਤਾ ਕਰਨ ਵਾਲੇ ਇਹ ਪਦ ਭਾਰ ਅਸਹਿਣਸ਼ੀਲ ਸੀ। ਹੁਣ ਮੈਂ ਹੋਰ ਜ਼ਿਆਦਾ ਕਸ਼ਟ ਸਹਿ ਸਕਦਾ। ਕ੍ਰਾਮਵੇਲ ਬੜਾ ਦੁਖੀ ਸੀ ਕਿ ਵੂਲਜ਼ੇ ਦੇ ਬਦਲੇ ਹੁਣ ਟਾਮਸ ਮੋਰ ਲਾਰਡ ਨੂੰ ਚਾਂਸਲਰ ਬਣਾ ਦਿੱਤਾ ਗਿਆ ਸੀ। ਕ੍ਰੇਨਮਰ ਕੈਂਟਰਬਰੀ ਨੂੰ ਆਰਕ ਬਿਸ਼ਪ। ਕ੍ਰਾਮਵੇਲ ਤੋਂ ਇਹ ਸਾਰੇ ਸਮਾਚਾਰ ਸੁਣਨ ਤੋਂ ਬਾਅਦ ਵੂਲਜ਼ੇ ਨੇ ਉਹਨੂੰ ਰਾਜੇ ਦੀ ਸ਼ਰਨ 'ਚ ਜਾਣ ਦੀ ਸਲਾਹ ਦਿੱਤੀ। ਉਹਨੇ ਕ੍ਰਾਮਵੇਲ ਦੀ ਫਰਜ਼ ਅਦਾਇਗੀ ਦੀ ਸਿਫਾਰਿਸ਼ ਪਹਿਲਾਂ ਹੀ ਰਾਜੇ ਕੋਲ ਕਰ ਦਿੱਤੀ ਸੀ। ਉਹਨੇ ਕ੍ਰਾਮਵੇਲ ਨੂੰ ਸਲਾਹ ਦਿੱਤੀ ਕਿ ਉਹ ਪੂਰਨ ਨਿਸ਼ਠਾ ਨਾਲ ਰਾਜੇ ਦੀ ਸੇਵਾ ਕਰੇ, ਮਹੱਤਵਾਕਾਂਖਿਆ ਤੋਂ ਦੂਰ ਰਹੇ। ਮੈਂ ਕੀ, ਇਸ ਨਾਲ ਤਾਂ ਵੱਡੇ ਵੱਡੇ ਦੇਵ ਵੀ ਪਤਿਤ ਹੋ ਜਾਂਦੇ ਆ। ਘਿਰਨਾ ਕਰਨ ਵਾਲਿਆਂ ਨੂੰ ਵੀ ਪਿਆਰ ਕਰੀ, ਇਮਾਨਦਾਰੀ ਤੇ ਸਹਿਜਤਾ ਨਾਲ ਜੀਵਨ ਬਸਰ ਕਰੀ, ਤਦ ਹੀ ਤੂੰ ਭੈ ਰਹਿਤ ਜੀ ਪਾਏਂਗਾ। ਰਾਸ਼ਟਰ ਹਿੱਤ ਦਾ ਧਿਆਨ ਰੱਖੀ, ਪ੍ਰਭੂ ਦੀ ਪ੍ਰਾਰਥਨਾ ਸੱਚੇ ਮਨੋਂ ਕਰੀ। ਕ੍ਰਾਮਵੇਲ ਨੂੰ ਵਿਦਾ ਕਰਨ ਤੋਂ ਪਹਿਲਾਂ ਉਹਨੇ ਆਪਣੀ ਸੰਪਤੀ ਬਾਰੇ ਦੱਸਿਆ ਤੇ ਕਿਹਾ ਕਿ ਹੁਣ ਇਸ ਤੇ ਰਾਜੇ ਦਾ ਅਧਿਕਾਰ ਹੈ। ਇਹ ਮੇਰਾ ਧਾਰਮਿਕ ਜਾਮਾ ਤੇ ਪ੍ਰਭੂ ਦੇ ਪ੍ਰਤੀ ਨਿਸ਼ਠਾ ਹੀ ਮੇਰੀ ਸੰਪਤੀ ਹੈ। ਕਾਸ਼ ਮੈਂ ਪ੍ਰਭੂ ਪ੍ਰਤੀ ਇੰਨਾ ਸਮਰਪਿਤ ਹੁੰਦਾ ਜਿੰਨਾ ਕਿ ਰਾਜਾ ਪ੍ਰਤੀ ਸੀ, ਤਾਂ ਇਸ ਦੀਨ ਨਿਰਸਹਾਏ ਹਾਲ ਵਿੱਚ ਕਦੇ ਨਾ ਪੈਂਦਾ। ਕਲੰਕ ਨਾਲ ਕਾਲੇ ਪਏ ਵੂਲਜ਼ੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਕੱਦਮੇ ਦਾ ਜਵਾਬ ਦੇਣ ਲਈ ਜਦੋਂ ਉਹਨੂੰ ਪੇਸ਼ ਕੀਤਾ ਗਿਆ, ਉਦੋਂ ਅਚਾਨਕ ਬਿਮਾਰ ਪੈ ਗਿਆ। ਅਪਮਾਨ ਨਾਲ ਜਰਜਰਿਤ ਤਾਂ ਹੋਈ ਚੁੱਕਿਆ ਸੀ। ਜੀਵਨ ਦੇ ਬਾਕੀ ਦਿਨ ਕੱਟਣ ਲਈ ਉਹਨੂੰ ਨੀਸਟਰ ਮੱਠ 'ਚ ਪਹੁੰਚਾ ਦਿੱਤਾ ਗਿਆ, ਜਿੱਥੇ ਉਹਦੀ ਬਿਮਾਰੀ ਵੱਧਦੀ ਗਈ। ਇਸੇ ਪੀੜਤ ਹਾਲਤ ਵਿੱਚ ਵੂਲਜ਼ੇ ਨੇ ਪੂਜਾ 'ਚ
ਕਿਸੇ ਤਰ੍ਹਾਂ 3 ਦਿਨ ਹੋਰ ਕੱਟੇ ਤੇ ਪ੍ਰਭੂ ਦੀ ਪ੍ਰਾਰਥਨਾ ਕਰਦਿਆਂ ਸ਼ਾਂਤ ਹੋ ਗਿਆ। ਕਿੰਬਲਟਨ ਵਿੱਚ ਰੋਗੀ ਬਣ ਮੰਜੇ ਤੇ ਪਈ ਕੈਥਰੀਨ ਨੇ ਜਦੋਂ ਵੂਲਜ਼ੇ ਦੀ ਮੌਤ ਦੀ ਖਬਰ ਸੁਣੀ ਤਾਂ ਉਹਦੀ ਦੂਸ਼ਿਤ ਸ਼ਖਸੀਅਤ ਨੂੰ ਯਾਦ ਕਰਦਿਆਂ ਉਹਨੇ ਆਪਣੇ ਅੰਗ ਰੱਖਿਆ ਗ੍ਰਿਫਿਥ ਨੂੰ ਕਿਹਾ ਕਿ ਵੂਲਜ਼ੇ ਵਿੱਚ ਰਾਜਪੁਰਖਾਂ ਜਿਹੀ ਮਹੱਤਵਾਕਾਂਖਿਆ ਸੀ। ਧਰਮ ਦਾ ਸੌਦਾ ਕਰਨ 'ਚ ਵੀ ਉਹਨੂੰ ਝਿਜਕ ਨਹੀਂ ਸੀ। ਉਹਦਾ ਵਿਚਾਰ ਹੀ ਰਾਜ ਵਿਧਾਨ ਸੀ। ਉਹਦੀਆਂ ਭੇਦ ਭਰੀਆਂ ਗੱਲਾਂ ਸਮਝਣਾ ਔਖਾ ਸੀ। ਜਿਹਦਾ ਅਹਿਤ ਕਰਨਾ ਚਾਹੁੰਦਾ ਸੀ ਉਹਦੇ ਪ੍ਰਤੀ ਬੜਾ ਹੀ ਦਿਆਲੂ ਹੋ ਜਾਂਦਾ ਸੀ। ਉਹਦੀ ਕਥਨੀ ਤੇ ਕਰਨੀ 'ਚ ਬੜਾ ਫਰਕ ਸੀ। ਰਾਣੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਗ੍ਰਿਫਿਥ ਨੇ ਉਸ ਅੱਗੇ ਬੇਨਤੀ ਕੀਤੀ ਕਿ ਇਹਨਾਂ ਸਾਰੀਆਂ ਬੁਰਾਈਆਂ ਦੇ ਬਾਵਜੂਦ ਉਸ ਵਿੱਚ ਵਿਸ਼ੇਸ਼ਤਾਵਾਂ ਵੀ ਸਨ। ਸਧਾਰਨ ਪਰਿਵਾਰ 'ਚ ਜੰਮੇ ਇਸ ਕਾਰਡੀਨੇਲ ਵਿੱਚ ਮਹਾਨਤਾ ਦੇ ਲੱਛਣ ਸਨ। ਉਹ ਠੋਸ ਵਿਦਵਾਨ ਤੇ ਕੁਸ਼ਾਗਰ ਬੁੱਧੀ ਦਾ ਪ੍ਰਭਾਵਸ਼ਾਲੀ ਬੁਲਾਰਾ ਸੀ। ਵਿਰੋਧੀਆਂ ਦਾ ਕੱਟੜ ਵੈਰੀ ਤੇ ਚੇਲਿਆਂ ਦਾ ਚੰਗਾ ਦੋਸਤ ਸੀ। ਇਹ ਗੱਲ ਸੱਚ ਹੈ ਕਿ ਮਹਾਨ ਲੋਭੀ ਸੀ, ਫਿਰ ਵੀ ਉਹ ਦਾਨੀ ਸੀ। ਉਹਦੇ ਚੰਗੇ ਕੰਮਾਂ ਦੇ ਗਵਾਹ ਹਨ 2 ਸਿੱਖਿਆ ਕੇਂਦਰ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਆਪਣੇ ਅੱਧ ਪਤਨ ਤੋਂ ਦੁਖੀ ਨਹੀਂ ਹੋਇਆ। ਉਹਨੂੰ ਪ੍ਰਭੂ ਦੀ ਮਰਜ਼ੀ ਸਮਝ ਉਹਨਾਂ ਦੀ ਸੇਵਾ 'ਚ ਅਖੀਰਲੇ ਸਾਹ ਤੱਕ ਸਮਰਪਿਤ ਰਿਹਾ। ਇੱਕ ਅਜਿਹਾ ਆਦਮੀ ਜਿਹਨੂੰ ਕੈਥਰੀਨ ਤਾ ਉਮਰ ਨਫ਼ਰਤ ਕਰਦੀ ਰਹੀ, ਉਹਦੀ ਅਜਿਹੀ ਪ੍ਰਸ਼ੰਸਾ ਸੁਣ ਕੇ ਉਹਨੇ ਗ੍ਰਿਫਿਥ ਨੂੰ ਸ਼ਾਬਾਸ਼ੀ ਦਿੱਤੀ। ਇੰਨੇ ਨੂੰ ਉਹਦੀ ਝਪਕੀ ਲੱਗ ਗਈ। ਨੀਂਦ 'ਚ ਉਹਨੇ ਦੇਖਿਆ 6 ਦੇਵਦੂਤ ਆਪਣੇ ਹੱਥ 'ਚ ਮਾਲਾ ਫੜੀ ਉਹਦੇ ਕੋਲ ਆਏ। ਸਾਰੇ ਸਫੈਦ ਕੱਪੜਿਆਂ 'ਚ ਸਜੇ ਸਨ। ਇਹਨਾਂ ਦੇ ਮੱਥੇ 'ਤੇ ਲਾਰੇਲ ਪੱਤੀਆਂ ਦਾ ਮੁਕਟ ਤੇ ਚਿਹਰੇ 'ਤੇ ਸੋਨੇ ਦਾ ਮੁਖੌਟਾ ਸੀ। ਹੱਥ 'ਚ ਮਾਲਾ ਫੜੀ ਇਹਨਾਂ ਨੇ ਕੈਥਰੀਨ ਦਾ ਸਵਾਗਤ ਕੀਤਾ। ਆਪਸ 'ਚ ਇਸ ਮਾਲਾ ਦਾ ਆਦਾਨ ਪ੍ਰਦਾਨ ਕਰਦਿਆਂ ਇਹਨਾਂ ਸ਼ਾਂਤੀ ਦੂਤਾਂ ਨੇ ਨੱਚਣਾ ਸ਼ੁਰੂ ਕੀਤਾ। ਇਸ ਦ੍ਰਿਸ਼ ਤੋਂ ਪ੍ਰਭਾਵਿਤ ਹੋ ਕੇ ਕੈਥਰੀਨ ਨੇ ਆਪਣਾ ਹੱਥ ਉੱਪਰ ਸਵਰਗ ਵੱਲ ਚੁੱਕਿਆ। ਇਹਦੇ ਬਾਅਦ ਉਹ ਦੇਵਦੂਤ ਗਾਇਬ ਹੋ ਗਏ। ਜਾਗਣ ਤੋਂ ਬਾਅਦ ਕੈਥਰੀਨ ਨੇ ਉੱਥੇ ਮੌਜੂਦ ਗ੍ਰਿਫਿਥ ਤੋਂ ਇਹਨਾਂ ਦੇ ਦੇਵਦੂਤਾਂ ਦੇ ਸੰਬੰਧ ਪੁੱਛਿਆ, ਪਰ ਇਸ ਸੁਪਨੇ ਨੂੰ ਦੂਜੇ ਕਿਵੇਂ ਦੇਖ ਪਾਉਂਦੇ। ਕੈਥਰੀਨ ਨੇ ਉਹਨੂੰ ਦੱਸਿਆ ਕਿ ਸੂਰਜ ਵਾਂਗ ਤੇਜ਼ 5 ਦੇਵਦੂਤਾਂ ਨੇ ਆ ਕੇ ਮੈਨੂੰ ਭੋਜਨ ਲਈ ਸੱਦਿਆ, ਮੈਨੂੰ ਚਿਰਾਨੰਦ ਦਾ ਯਕੀਨ ਦਿਵਾਇਆ। ਉਹ ਮੇਰੇ ਲਈ ਫੁੱਲਾਂ ਦੇ ਹਾਰ ਵੀ ਲਿਆਏ, ਪਰ ਮੈਂ ਉਹਦੇ ਲਈ ਖੁਦ ਨੂੰ ਯੋਗ ਨਹੀਂ ਸਮਝਿਆ। ਕੈਥਰੀਨ ਦਾ ਅੰਤ ਹੁਣ ਨੇੜੇ ਸੀ। ਉਹਦਾ ਚਿਹਰਾ ਪੀਲਾ ਪੈ ਚੁੱਕਿਆ ਸੀ, ਅੱਖਾਂ ਵੀ ਅੰਦਰ ਧੱਸਣ ਲੱਗੀਆਂ। ਇਸੇ ਸਮੇਂ ਉਹਦੀ ਸਿਹਤ ਪ੍ਰਤੀ ਰਾਜਾ ਦੀ ਸ਼ੁਭ ਕਾਮਨਾ ਪ੍ਰਗਟ ਕਰਨ ਲਈ ਕੈਪੂਸੀਅਸ ਮੌਜੂਦ ਹੋਇਆ। ਰਾਣੀ ਨੇ ਉਹਨੂੰ ਕਿਹਾ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ। ਪ੍ਰਾਰਥਨਾ ਤੋਂ ਇਲਾਵਾ ਹੁਣ ਕੋਈ ਹੋਰ ਸ਼ੁਭ ਕਾਮਨਾ ਕਾਰਗਰ ਨਹੀਂ ਹੋਏਗੀ। ਰਾਜੇ ਦੇ ਪ੍ਰਤੀ ਆਪਣੀ ਮੰਗਲ ਕਾਮਨਾ ਦੇ ਨਾਲ ਹੀ ਉਹਨੇ ਸੇਵਕਾਂ ਦੀ ਪੈਨਸ਼ਨ ਲਈ ਇੱਕ ਪੱਤਰ ਵੀ ਰਾਜੇ ਦੇ ਨਾਂ ਭਿਜਵਾਇਆ, ਜਿਸ 'ਚ ਉਹਨੇ ਰਾਜੇ ਨੂੰ ਪ੍ਰਾਰਥਨਾ ਕੀਤੀ ਕਿ ਸਾਡੀ ਧੀ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕੀਤਾ ਜਾਏ। ਉਹਨੇ ਆਪਣੀ ਸੇਵਕਾ ਦਾ ਕਿਸੇ ਯੋਗ ਮੁੰਡੇ ਨਾਲ ਵਿਆਹ ਕਰਨ ਦੀ ਵੀ ਬੇਨਤੀ ਕੀਤੀ। ਨਾਲ ਹੀ ਆਪਣੇ ਕਰਮਚਾਰੀਆਂ ਦੀ ਤਨਖਾਹ ਦਾ ਵੀ ਸੁਚਾਰੂ ਬੰਦੋਬਸਤ ਕਰਨ ਦੀ ਗੱਲ ਲਿਖੀ। ਉਹਨੇ ਕੈਪੂਸੀਅਸ ਨੂੰ ਕਿਹਾ ਕਿ ਪੱਤਰ ਦੇਣ ਤੋਂ ਬਾਅਦ ਰਾਜੇ ਨੂੰ ਕਹੀਂ ਕਿ ਉਹਦੇ ਜੀਵਨ ਦੀ ਰੱਖਿਅਕ ਕੈਥਰੀਨ ਹੁਣ ਇਸ ਸੰਸਾਰ ਤੋਂ ਵਿਦਾ ਹੋ ਰਹੀ ਹੈ। ਦੂਤ ਨੂੰ ਵਿਦਾ ਕਰਨ ਤੋਂ ਪਹਿਲਾਂ ਰਾਣੀ ਨੇ ਆਪਣੀ ਆਖਰੀ ਇੱਛਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਮੈਂ ਰਾਣੀ ਨਹੀਂ ਰਹਿ ਗਈ ਤਾਂ ਫਿਰ ਵੀ ਮੇਰਾ ਸੰਸਕਾਰ ਪੂਰੇ ਰਾਜਕੀ ਸਨਮਾਨ ਨਾਲ ਕੀਤਾ ਜਾਣਾ ਚਾਹੀਦਾ ਹੈ। ਇੱਕ ਪਾਸੇ ਤਾਂ ਪੂਰਵ ਰਾਣੀ ਕੈਥਰੀਨ ਦੀ ਸਿਹਤ ਤੋਂ ਰਾਜਾ ਚਿੰਤਤ ਸੀ, ਦੂਜੇ ਪਾਸੇ ਰਾਣੀ ਐਨੀ ਬੁਲੇਨ ਦੀ ਤਤਕਾਲੀਨ ਪਰੇਸ਼ਾਨੀ ਤੋਂ ਦੁਖੀ। ਲਗਾਤਾਰ ਚੱਲ ਰਹੀਆਂ ਜੰਮਨ ਪੀੜਾਂ ਤੋਂ ਬਣੀ ਗੰਭੀਰ ਹਾਲਤ ਕਰਕੇ ਉਹ ਹਾਲੇ ਤੱਕ ਜਾਗ ਰਿਹਾ ਸੀ। ਅੱਧੀ ਰਾਤ ਲੰਘ ਚੁੱਕੀ ਸੀ। ਟਾਮਸ ਲਾਵੇਲ ਬੜੀ ਤੇਜ਼ੀ ਨਾਲ ਰਾਜ ਦਰਬਾਰ ਵੱਲ ਪੈਰ ਪੁੱਟਦਾ ਜਾ ਰਿਹਾ ਸੀ। ਉਹਨੂੰ ਰੋਕ ਕੇ ਪੋਪ ਗਾਰਡਨਰ ਨੇ ਉਹਦੇ ਉਤਾਵਲੇਪਨ ਦਾ ਕਾਰਨ ਪੁੱਛਿਆ। ਰਾਣੀ ਦੀ ਵਰਤਮਾਨ ਹਾਲਤ ਤੇ ਸੰਭਾਵਿਤ ਸੰਤਾਨ ਦੇ ਸੰਬੰਧ ਵਿੱਚ ਉਸ ਨਾਲ ਹਮਦਰਦੀ ਹੁੰਦਿਆਂ ਵੀ ਰਾਜਾ ਕਾਨੂੰਨ ਨਾਲ ਬੱਝਿਆ ਸੀ, ਕੁਝ ਕਰਨ 'ਚ ਵੀ ਅਸਮਰਥ ਸੀ। ਕ੍ਰੇਨਮਰ ਨੂੰ ਇਸ ਤਰ੍ਹਾਂ ਢਾਰਸ ਦੇ ਕੇ ਰਾਜੇ ਨੇ ਵਿਦਾ ਕੀਤਾ। ਇੰਨੇ ਨੂੰ ਇੱਕ ਬਜ਼ੁਰਗ ਔਰਤ ਨੇ ਰਾਜੇ ਨੂੰ ਕੰਨਿਆ ਜਨਮ ਦਾ ਸਮਾਚਾਰ ਦਿੱਤਾ ਤੇ ਕਿਹਾ, ਰਾਣੀ ਦੀ ਇੱਛਾ ਹੈ ਕਿ ਤੁਸੀਂ ਚੱਲ ਕੇ ਕੰਨਿਆ ਨੂੰ ਦੇਖ ਲਓ। ਬੋਲੀ, ਕੰਨਿਆ ਦਾ ਰੂਪ ਰੰਗ ਠੀਕ ਤੁਹਾਡੇ ਵਰਗਾ ਹੀ ਹੈ। ਰਾਜਾ ਹੈਨਰੀ ਤਾਂ ਨਵਜਾਤ ਕੰਨਿਆ ਨੂੰ ਦੇਖਣ ਲਈ ਰਾਣੀ ਦੇ ਕਮਰੇ 'ਚ ਚਲਾ ਗਿਆ ਤੇ ਇੱਧਰ ਕ੍ਰੇਨਮਰ ਕੌਂਸਲ ਦੇ ਸਾਹਮਣੇ ਹਾਜ਼ਰ ਹੋਣ ਲਈ ਜਾ ਪਹੁੰਚਿਆ। ਸੱਦੇ ਜਾਣ ਤੋਂ ਪਹਿਲਾਂ ਉਹਨੂੰ ਬਾਹਰ ਬੂਹੇ 'ਤੇ ਅੱਧਾ ਘੰਟਾ ਉਡੀਕ ਕਰਨੀ ਪਈ। ਆਦਮੀ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਦੋਸ਼ੀ ਦੇ ਰੂਪ 'ਚ ਉਹਨੂੰ ਕੋਰਟ ਦੀ ਰਸਮ ਅਦਾਇਗੀ ਤਾਂ ਕਰਨੀ ਪੈਂਦੀ ਹੈ। ਕ੍ਰੇਨਮਰ ਕੈਂਟਰਬਰੀ ਦਾ ਕਾਰਡੀਨੇਲ ਸੀ ਤੇ ਕੌਂਸਲ ਦਾ ਸਨਮਾਨਿਤ ਮੈਂਬਰ। ਫਿਰ ਵੀ ਉਹਦੇ ਨਾਲ ਸਧਾਰਨ ਅਪਰਾਧੀ ਜਿਹਾ ਸਲੂਕ ਕੀਤਾ ਜਾ ਰਿਹਾ ਸੀ। ਉਹ ਬੜਾ ਦੁਖੀ ਸੀ, ਪਰ ਕਰ ਵੀ ਕੀ ਸਕਦਾ ਸੀ। ਉਹਨੂੰ ਇਸ ਤਰ੍ਹਾਂ ਬੂਹੇ 'ਤੇ ਖੜਾ ਦੇਖ ਰਾਜਾ ਵੀ ਦੁਖੀ ਹੋਇਆ।
ਕੌਂਸਲ ਦੇ ਮੈਂਬਰਾਂ ਦੀ ਇਸ ਬੇਰੁਖੀ ਤੋਂ ਨਾਰਾਜ਼ ਵੀ ਹੋਇਆ, ਫਿਰ ਵੀ ਕ੍ਰੇਨਮਰ ਦੀ ਸਹਾਇਤਾ ਕਰਨ 'ਚ ਅਸਹਾਏ ਸੀ। ਕੌਂਸਲਰ ਚੈਂਬਰ 'ਚ ਕ੍ਰੇਨਮਰ ਦੀ ਪੇਸ਼ੀ ਹੋਈ। ਚਾਂਸਲਰ ਨੇ ਅਫਸੋਸ ਜ਼ਾਹਰ ਕਰਦਿਆਂ ਕ੍ਰੇਨਮਰ ਨੂੰ ਕਿਹਾ ਕਿ ਸਭ ਤੋਂ ਉੱਪਰ ਵਾਲੀ ਤੁਹਾਡੀ ਕੁਰਸੀ ਖਾਲੀ ਹੈ ਅਤੇ ਤੁਹਾਨੂੰ ਇੱਥੇ ਹੇਠਾਂ ਬੈਠਣਾ ਪੈ ਰਿਹਾ ਹੈ, ਪਰ ਇਸ ਸਮੇਂ ਤੁਸੀਂ ਦੋਸ਼ੀ ਹੋ। ਤੁਸੀਂ ਅਤੇ ਤੁਹਾਡੇ ਸਹਿਯੋਗੀ ਹੋਰ ਪਾਦਰੀਆਂ ਨੇ ਧਰਮ ਵਿਰੁੱਧ ਅਜਿਹੀਆਂ ਰੀਤੀਆਂ ਨੀਤੀਆਂ ਦਾ ਪ੍ਰਚਾਰ ਕੀਤਾ ਹੈ ਜੋ ਲੋਕ ਹਿੱਤ 'ਚ ਨਹੀਂ ਹੈ। ਇਹਦਾ ਪ੍ਰਤੀਕਾਰ ਤਾਂ ਕਰਨਾ ਹੀ ਪੈਣਾ। ਗਾਰਡਨਰ ਨੇ ਵੀ ਚਾਂਸਲਰ ਦੀਆਂ ਗੱਲਾਂ ਦੀ ਹਮਾਇਤ ਕਰਦਿਆਂ ਅਪੀਲ ਕੀਤੀ ਕਿ ਜਿੰਨਾ ਛੇਤੀ ਹੋਵੇ ਇਹ ਕੰਮ ਪੂਰਾ ਕਰ ਲਿਆ ਜਾਏ, ਨਹੀਂ ਤਾਂ ਕਿਸੇ ਇੱਕ ਵਿਅਕਤੀ ਦੀ ਮਰਿਆਦਾ ਦਾ ਧਿਆਨ ਰੱਖਦਿਆਂ ਥੋੜ੍ਹੀ ਵੀ ਢਿੱਲ ਵਰਤੀ ਗਈ ਤਾਂ ਉਹਦਾ ਨਤੀਜਾ ਹੋਏਗਾ ਰਾਜ ਵਿਆਪੀ ਅਰਾਜਕਤਾ। ਸਾਡੇ ਸਾਹਮਣੇ ਜਰਮਨੀ ਦੀ ਉਦਾਹਰਨ ਹੈ ਜਿਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਆਪਣੀ ਸਫਾਈ 'ਚ ਕ੍ਰੇਨਮਰ ਨੇ ਕਿਹਾ, ਨਿੱਜੀ ਤੇ ਧਰਮ ਗੁਰੂ ਦੀ ਹੈਸੀਅਤ ਨਾਲ ਮੈਂ ਸਦਾ ਪੂਰਨ ਨਿਸ਼ਠਾ ਨਾਲ ਇਸ ਤਰ੍ਹਾਂ ਉਪਦੇਸ਼ ਦਿੱਤਾ ਜਿਸ 'ਚ ਕਿਸੇ ਤਰ੍ਹਾਂ ਦੀ ਕੋਈ ਇਤਰਾਜ਼ਯੋਗ ਗੱਲ ਨਹੀਂ ਸੀ। ਜਨਤਾ ਦੀ ਭਲਾਈ ਲਈ ਸਦਾ ਤਿਆਰ ਰਿਹਾ ਹਾਂ। ਮੈਂ ਦਾਅਵੇ ਨਾਲ ਆਖ ਸਕਦਾ ਕਿ ਮੈਂ ਕਦੇ ਅਜਿਹਾ ਕੁਝ ਨਹੀਂ ਕੀਤਾ ਜਿਸ ਕਰਕੇ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੋਵੇ। ਮੈਂ ਸਦਾ ਰਾਜ ਭਗਤ ਰਿਹਾ। ਮੇਰੀ ਬੇਨਤੀ ਹੈ ਜੋ ਲੋਕ ਈਰਖਾ ਸਦਕਾ ਮੇਰੇ ਵਿਰੁੱਧ ਦੋਸ਼ ਥੋਪ ਰਹੇ ਹੈ ਉਹਨਾਂ ਨੂੰ ਸਾਹਮਣੇ ਸੱਦਿਆ ਜਾਏ ਤਾਂ ਕਿ ਉਹ ਆਪਣੀਆਂ ਗੱਲਾਂ ਕਹਿ ਸਕਣ। ਕ੍ਰੇਨਮਰ ਦਾ ਇਹ ਸੁਝਾਅ ਰੱਦ ਕਰਦਿਆਂ ਗਾਰਡਨਰ ਨੇ ਜਵਾਬ ਦਿੱਤਾ ਕਿ ਕੌਂਸਲ ਤੇ ਰਾਜੇ ਦੀ ਇੱਛਾ ਦੇ ਮੁਤਾਬਕ ਤੁਹਾਡੇ ਕੇਸ ਦੀ ਵਿਸਤ੍ਰਿਤ ਸਮੀਖਿਆ ਕਰਨ ਦੀ ਮਿਆਦ ਤੱਕ ਤੁਸੀਂ ਟਾਵਰ 'ਚ ਸਧਾਰਨ ਕੈਦੀ ਦਾ ਜੀਵਨ ਬਤੀਤ ਕਰੋ। ਕ੍ਰੇਨਮਰ ਨੇ ਵਿਨਚੈਸਟਰ ਦੇ ਬਿਸ਼ਪ ਗਾਰਡਨਰ ਨੂੰ ਕਿਹਾ ਕਿ ਪਾਦਰੀ ਦਾ ਕੰਮ ਹੈ ਪ੍ਰੇਮ ਤੇ ਸਹਿਜਤਾ ਨਾਲ ਦੂਜੇ ਦੇ ਦੋਸ਼ਾਂ ਦਾ ਮਾਰਜਨ ਕਰਨਾ, ਦੋਸ਼ੀ ਨੂੰ ਸੁਧਾਰ ਕੇ ਅਪਣਾ ਲੈਣਾ, ਪਰ ਤੂੰ ਤਾਂ ਮਹੱਤਵਾਕਾਂਖਿਆ ਵਸ ਪੈ ਕੇ ਆਪਣੀ ਬੁੱਧੀ ਦੇ ਨਾਲ ਅਨਾਚਾਰ ਕਰ ਰਿਹਾ। ਇਹਨਾਂ ਦੋਵਾਂ ਧਰਮ ਗੁਰੂਆਂ 'ਚ ਬੜੇ ਤਿੱਖੇ ਢੰਗ ਨਾਲ ਨੋਕ ਝੋਕ ਚੱਲੀ। ਅੰਤ 'ਚ ਕ੍ਰੇਨਮਰ ਨੂੰ ਟਾਵਰ ਜੇਲ੍ਹ 'ਚ ਜਾਣ ਦਾ ਹੁਕਮ ਹੋਇਆ। ਹੁਣ ਅਸਹਾਏ ਕ੍ਰੇਨਮਰ ਨੇ ਆਪਣੇ ਬਚਾਅ ਲਈ ਰਾਜੇ ਦੀ ਅੰਗੂਠੀ ਦਿਖਾਉਂਦਿਆਂ ਅਪੀਲ ਕੀਤੀ ਕਿ ਮੇਰਾ ਕੇਸ ਰਾਜੇ ਦੇ ਵਿਚਾਰ ਅਧੀਨ ਸਪੁਰਦ ਕਰ ਦਿੱਤਾ ਜਾਏ। ਇਹ ਅੰਗੂਠੀ ਦੇਖਦੇ ਉਹ ਸਾਰੇ ਮੰਨ ਗਏ। ਇਹ ਆਦਮੀ ਰਾਜੇ ਦੇ ਪਿਆਰ ਦਾ ਪਾਤਰ ਹੈ। ਇਸ 'ਤੇ ਦੋਸ਼ ਥੋਪ ਕੇ ਸਾਰਿਆਂ ਨੇ ਆਪਣੇ ਉੱਪਰ ਮੁਸੀਬਤ ਮੁੱਲ ਲਈ ਹੈ। ਇਸ ਮੌਕੇ ਰਾਜਾ ਦਰਬਾਰ 'ਚ ਆ ਪੁੱਜਿਆ। ਉਹਦੀਆਂ ਤਿਊੜੀਆਂ ਚੜ੍ਹੀਆਂ ਸੀ। ਰਾਜੇ ਦਾ ਸਵਾਗਤ ਕਰਦਿਆਂ ਗਾਰਡਨਰ ਨੇ ਖੁਸ਼ਾਮਦ ਭਰੇ ਸ਼ਬਦਾਂ 'ਚ ਧਰਮ ਤੇ ਨਿਆਂ ਸੰਗਤ ਰਾਜੇ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਚਰਚ ਦੀ ਮਰਿਆਦਾ ਤੁਹਾਡੇ ਹੀ ਕਾਰਨ ਬਣੀ ਹੋਈ ਹੈ। ਅੱਜ ਉਸ ਮਰਿਆਦਾ ਦਾ ਉਲੰਘਣ ਕਰਨ ਵਾਲਾ ਦੋਸ਼ੀ ਤੁਹਾਡੇ ਸਾਹਮਣੇ ਹੈ। ਤੇ ਰਾਜਾ ਤਾਂ ਪਹਿਲਾਂ ਤੋਂ ਹੀ ਗੁੱਸੇ ਸੀ। ਉਹਨੇ ਗਾਰਡਨਰ ਨੂੰ ਕਿਹਾ ਕਿ ਮੈਂ ਨਾ ਤੇਰੀ ਚਾਪਲੂਸੀ ਸੁਣਨ ਆਇਆ, ਨਾ ਇਹ ਤੋਂ ਪ੍ਰਭਾਵਿਤ ਹੀ ਹੋ ਸਕਾਂਗਾ। ਜਿੱਥੋਂ ਤੱਕ ਤੇਰਾ ਸਵਾਲ ਹੈ, ਤੂੰ ਜ਼ਾਲਮ ਤੇ ਹਿੰਸਾਤਮਕ ਪ੍ਰਵਿਰਤੀ ਦਾ ਹੈ। ਉਹਦੇ ਕ੍ਰੇਨਮਰ ਨੂੰ ਕਿਹਾ, ਭਲਿਆ ਬੰਦਿਆ ਬਹਿ ਜਾ, ਦੇਖਦਾ ਕਿ ਕੌਣ ਤੇਰੇ ਖਿਲਾਫ ਉਂਗਲ ਚੁੱਕਦਾ ਹੈ ਤੇ ਕਹਿੰਦਾ ਹੈ ਕਿ ਤੂੰ ਆਪਣੇ ਪਦ ਦੇ ਅਨੁਕੂਲ ਨਹੀਂ ਹੈ। ਅਰਲ ਸਰੇ ਨੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਚੁੱਪ ਕਰਾਉਂਦਿਆਂ ਹੈਨਰੀ ਨੇ ਕਿਹਾ ਕਿ ਮੈਂ ਤਾਂ ਸਮਝਦਾ ਸੀ ਮੇਰੀ ਕੌਂਸਲ ਦੇ ਮੈਂਬਰ ਬੁੱਧੀਮਾਨ ਤੇ ਸਮਝਦਾਰ ਹੈ, ਪਰ ਦੇਖਦਾ ਕਿ ਸਾਰੇ ਬੁੱਧੀਹੀਣ ਹਨ। ਪੁੱਛਿਆ ਕਿ ਇਸ ਭਲੇ ਤੇ ਇਮਾਨਦਾਰ ਆਦਮੀਆਂ ਨੂੰ ਬੂਹੇ ਤੋਂ ਬਾਹਰ ਖੜੇ ਰੱਖਣਾ ਸਹੀ ਸੀ? ਉਹ ਵੀ ਤਾਂ ਤੁਹਾਡੇ ਵਾਂਗ ਹੀ ਉੱਚਾ। ਕੀ ਹੱਕ ਹਾਸਲ ਹੁੰਦਿਆਂ ਹੀ ਤੁਸੀਂ ਆਪਣੀ ਹੈਸੀਅਤ ਭੁੱਲ ਗਏ? ਮੈਂ ਕੌਂਸਲ ਦੇ ਮੈਂਬਰ ਦੇ ਰੂਪ 'ਚ ਉਹਦੇ ਮੁਕੱਦਮੇ 'ਤੇ ਵਿਚਾਰ ਕਰਨ ਦਾ ਹੱਕ ਦਿੱਤਾ ਸੀ, ਸੇਵਕ ਜਿਹਾ ਵਰਤਾਓ ਕਰਨ ਲਈ ਨਹੀਂ। ਦੇਖਦਾ ਕਿ ਤੁਹਾਡੇ 'ਚੋਂ ਕੁਝ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਹਨੂੰ ਸਖਤ ਸਜ਼ਾ ਦੇਣ 'ਤੇ ਤੁਲੇ ਹੋਏ ਹੋ, ਪਰ ਮੇਰੇ ਜਿਉਂਦੇ ਜਾਣੇ ਇੰਜ ਨਹੀਂ ਹੋ ਸਕੇਗਾ। ਚੰਗਾ ਹੋਏ ਤੁਸੀਂ ਕ੍ਰੇਨਮਰ ਦੇ ਨਾਲ ਆਦਰਸ਼ ਹਿੱਤ ਸਦਵਿਹਾਰ ਕਰੋ। ਉਹ ਰਾਜ ਭਗਤ ਤੇ ਸੱਚਨਿਸ਼ਟ ਹੈ, ਉਹਨੂੰ ਗਲੇ ਲਾਓ, ਦੋਸਤਾਨਾ ਸਲੂਕ ਕਰੋ। ਰਾਜੇ ਨੇ ਕ੍ਰੇਨਮਰ ਦੇ ਪ੍ਰਤੀ ਆਪਣੇ ਸਦਭਾਵ ਦਾ ਪ੍ਰਦਰਸ਼ਨ ਕਰਦਿਆਂ ਉਹਨੂੰ ਬੇਨਤੀ ਕੀਤੀ ਕਿ ਮੇਰੀ ਕੰਨਿਆ ਦੇ ਧਰਮ ਗੁਰੂ ਦੇ ਰੂਪ 'ਚ ਤੁਸੀਂ ਉਹਦੀ ਟ੍ਰੇਨਿੰਗ ਕਰੋ। ਰਾਜ ਕੰਨਿਆ ਦੀ ਟ੍ਰੇਨਿੰਗ ਸਮਾਰੋਹ ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਬੂਹੇ 'ਤੇ ਆ ਪਹੁੰਚੇ। ਇਹ ਭੀੜ ਅੰਦਰ ਵੀ ਵੜਨ ਦੀ ਕੋਸ਼ਿਸ਼ ਕਰ ਰਹੀ ਸੀ। ਕਿਸੇ ਤਰ੍ਹਾਂ ਇਹ 'ਤੇ ਕਾਬੂ ਪਾਇਆ ਜਾ ਸਕਿਆ। ਟ੍ਰੇਨਿੰਗ ਸ਼ੋਭਾ ਯਾਤਰਾ ਵਿੱਚ ਸਮੰਤਾਂ ਤੇ ਉੱਚ ਨਾਗਰਿਕਾਂ ਦੇ ਨਾਲ ਕਾਰਡੀਨਲ, ਕ੍ਰੇਨਮਰ, ਬਿਸ਼ਪ, ਗਾਰਡਨਰ ਅੱਗੇ ਚੱਲ ਰਹੇ ਸਨ। ਨਾਰਫਾਕ ਦੀ ਡਚੇਸ ਦੀ ਗੋਦ ਵਿੱਚ ਸਜੀ ਬੈਠੀ ਰਾਜ ਕੰਨਿਆ ਸੀ। ਰਾਜ ਕੰਨਿਆ ਦਾ ਸਮਾਰੋਹ ਹੋਇਆ ਤੇ ਨਾਂ ਰੱਖਿਆ ਗਿਆ ਰਾਜਕੁਮਾਰੀ ਐਲਿਜ਼ਾਬੈਥ। ਕ੍ਰੇਨਮਰ ਨੇ ਉਹਦੀ ਲੰਮੀ ਉਮਰ ਤੇ ਯਸ਼ਸਵੀ ਹੋਣ ਦਾ ਆਸ਼ੀਰਵਾਦ ਦਿੱਤਾ। ਉਹਨੇ ਉਹਦੇ ਲਈ ਵਿਸਤ੍ਰਿਤ ਰੂਪ ਨਾਲ ਮੰਗਲ ਕਾਮਨਾ ਪ੍ਰਗਟ ਕਰਦਿਆਂ ਕਿਹਾ ਕਿ ਸਮਾਂ ਆਉਣ 'ਤੇ ਉਹ ਭਾਗਸ਼ਾਲੀ ਕੰਨਿਆ ਦੇਸ਼ ਦੇ ਲਈ ਕਲਿਆਣਕਾਰੀ ਸੁੱਖ ਦੀ ਸੰਚਾਰਕਾ ਸਿੱਧ ਹੋਏਗੀ। ਭਾਵੇਂ ਅਸੀਂ ਉਹਦੀ ਖੁਸ਼ਹਾਲੀ ਦੇਖਣ ਲਈ ਜਿੰਦਾ ਨਹੀਂ ਰਹਾਂਗੇ, ਫਿਰ ਵੀ ਬੁੱਧੀਮਤੀ, ਗੁਣਵਤੀ, ਪਵਿੱਤਰ ਆਤਮਾ ਤੇ ਹੋਰ ਰਾਜਕੀ ਗੁਣਾਂ ਨਾਲ ਅਲੰਕ੍ਰਿਤ ਤਤਕਾਲੀਨ ਰਾਜ ਦੇ ਮੁਖੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਦਰਸ਼ ਹੋਏਗੀ।
ਸੱਚ ਨਿਸ਼ਟ ਤੇ ਅਲੌਕਿਕ ਵਿਚਾਰ ਸ਼ਕਤੀ ਨਾਲ ਸੰਤੁਸ਼ਟ ਤੇ ਲੋਕਪ੍ਰਿਯ, ਸਨਮਾਨਿਤ ਤੇ ਪ੍ਰਭਾਵਸ਼ਾਲੀ ਹੋਏਗੀ। ਉਹਦਾ ਵਾਰਸ ਵੀ ਇਸੇ ਤਰ੍ਹਾਂ ਮਹਾਨ ਤੇ ਸਭ ਦਾ ਹਰਮਨ ਪਿਆਰਾ ਹੋਏਗਾ। ਉਹਦੇ ਰਾਜ 'ਚ ਵੀ ਇਸੇ ਤਰ੍ਹਾਂ ਸ਼ਾਂਤੀ, ਖੁਸ਼ਹਾਲੀ, ਧਰਮ ਤੇ ਸੱਚ ਦਾ ਵਿਕਾਸ ਹੋਏਗਾ। ਉਹ ਵੀ ਇਸੇ ਤਰ੍ਹਾਂ ਪ੍ਰਭਾਵਸ਼ਾਲੀ ਹੋ ਕੇ ਰਾਜ ਦਾ ਵਿਸਥਾਰ ਕਰੇਗਾ। ਕ੍ਰੇਨਮਰ ਨੇ ਕਿਹਾ ਕਿ ਮੇਰੀਆਂ ਗੱਲਾਂ ਦਾ ਅੱਖਰ ਅੱਖਰ ਸੱਚ ਹੋਏਗਾ। ਉਹਨੇ ਭਵਿੱਖਬਾਣੀ ਕੀਤੀ ਕਿ ਰਾਜ ਰਾਣੀ ਲੰਮੀ ਉਮਰ ਭੋਗੇਗੀ। ਉਹ ਫਰਜ਼ ਅਦਾਇਗੀ ਨਾਲ ਨਿੱਤ ਨਵਾਂ ਮਾਣ ਹਾਸਲ ਕਰੇਗੀ, ਪਰ ਇਹ ਕੁਆਰੀ ਹੀ ਰਹੇਗੀ। ਇਹਦੇ ਮਰਦਿਆਂ ਹੀ ਸਾਰਾ ਸੰਸਾਰ ਸ਼ੋਕ 'ਚ ਡੁੱਬ ਜਾਏਗਾ। ਕਾਰਡੀਨੇਲ ਕ੍ਰੇਨਮਰ ਦੀ ਇਸ ਭਵਿੱਖਬਾਣੀ ਤੋਂ ਰਾਜਾ ਹੈਨਰੀ ਗਦਗਦ ਹੋ ਗਿਆ। ਉਹਨੇ ਕਾਮਨਾ ਕੀਤੀ ਕਿ ਮੈਂ ਸਵਰਗ ਤੋਂ ਇਸ ਕੰਨਿਆ ਦੇ ਸਾਬਕਾ ਖੁਸ਼ਹਾਲੀ ਦਾ ਅਵਲੋਕਨ ਕਰਕੇ ਭਗਵਾਨ ਪ੍ਰਤੀ ਆਭਾਰ ਪ੍ਰਗਟ ਕਰਾਂਗਾ। ਧੰਨਵਾਦ।